ਤੀਜੀ ਵੀਡੀਓ ਮਸਕੀਨ ਜੀ ਦੀ ਆਪਣੀ ਲਿਖੀ ਪੁਸਤਕ ਪੰਚ ਪ੍ਰਵਾਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਤਰ੍ਹਾਂ ਭਾਵ ਜਗਤ ਨਾਲ ਕੀਤਾ ਜਾ ਸਕਦਾ ਹੈ ਤੇ ਭਾਵ ਪਰਮਾਤਮਾ ਨਾਲ ਗੁਰੂ ਨਾਲ ਵੀ ਕਰ ਸਕਦੇ ਹਾਂ। ਨਦੀਆਂ ਰਾਹੀਂ ਜੈਸੇ ਲੋੜ ਵਾਲੀ ਥਾਂ ਤੇ ਪਾਣੀ ਪਹੁੰਚਾਈਦਾ ਹੈ, ਤਿਵੇਂ ਇਹਨਾਂ ਤਿੰਨ ਵੇਗਾਂ ਨੂੰ ਕਰਮ, ਵਿਚਾਰ, ਭਾਵ ਨੂੰ ਜਗਤ ਵੱਲ ਤੋਰ ਸਕਦੇ ਹਾਂ ਔਰ ਪਰਮਾਤਮਾ ਵੱਲ ਵੀ ਤੋਰ ਸਕਦੇ ਹਾਂ। ਸੰਸਾਰ ਪਰਵਿਰਤ ਕਰਮ ਸੰਸਾਰ ਵਿੱਚ ਉਨਤੀ ਪ੍ਰਦਾਨ ਕਰ ਦਿੰਦਾ ਹੈ। ਇਸ ਤਰ੍ਹਾਂ ਸੰਸਾਰ ਦੀ ਡੂੰਘੀ ਵਿਚਾਰ ਕਰਨ ਵਾਲਾ ਵਿਗਿਆਨਕ ਕਹਿਲਾਂਦਾ ਹੈ ਤੇ ਸੰਸਾਰ ਦੇ ਬੜੇ ਡੂੰਘੇ ਭੇਦ ਪ੍ਰਾਪਤ ਕਰ ਲੈਂਦਾ ਹੈ। ਜਦ ਭਾਵ ਦੀ ਦਸ਼ਾ ਪ੍ਰਭੂ ਵੱਲ ਮੁੜਦੀ ਹੈ ਤਾਂ ਮਨੁੱਖ ਪ੍ਰਮਾਤਮਾ ਜੈਸਾ ਹੋ ਜਾਂਦਾ ਹੈ। ਭਾਵ ਕਰਮ ਤੇ ਵਿਚਾਰ ਰਹਿਤ ਮਨ ਦੀ ਦਸ਼ਾ ਹੈ। ਵਿਚਾਰ ਜਿੱਥੇ ਚਤੁਰ ਬਣਾ ਦਿੰਦਾ ਹੈ, ਭਾਵ ਭੋਲਾ ਬਣਾ ਦਿੰਦਾ ਹੈ। ਭੋਲੇ ਤੋਂ ਮੁਰਾਦ ਮੂਰਖ ਨਹੀਂ, ਬਲਕਿ ਜੋ ਮਾਸੂਮ ਅੰਦਰੋਂ ਬਾਹਰੋਂ ਇੱਕ ਹੈ ਉਹ ਭੋਲਾ ਹੈ। ਪਦਾਰਥ ਦੀ ਪ੍ਰਾਪਤੀ ਚਤੁਰੀ ਨਾਲ ਕੀਤੀ ਜਾ ਸਕਦੀ ਹੈ, ਪਰ ਪਰਮਾਤਮਾ ਦਾ ਮਿਲਣਾ ਤਾਂ ਭੋਲੇਪਨ ਨਾਲ ਹੈ। ਰੇ ਜਨ ਮਨ ਮਾਧੋ ਸਿਉ ਲਾਈਐ, ਚਤੁਰਾਈ ਨਾ ਚਤੁਰ ਭੁਜ ਪਾਈਐ। ਗੌੜੀ ਕਬੀਰ ਜੀ ਅੰਕ 324। ਸਾਡੇ ਦੇਸ਼ ਦੇ ਪਰਮਯੋਗੀ ਮਹਾਦੇਵ ਨੂੰ ਲੋਕੀ ਭੋਲਾਨਾਥ ਕਰਕੇ ਆਖਦੇ ਸਨ। ਜਿਸ ਦੇ ਅੰਦਰ ਭੋਲਾ ਭਾਵ ਉਦੇ ਹੋਇਆ ਹੈ ਉਹੀ ਭਗਤ ਹੈ। ਜਿਸ ਨੂੰ ਖੰਡ ਕੰਡ ਕਰਕੇ ਨਹੀਂ ਪੂਰਨ ਵੇਖਣ ਦਾ ਚਾਉ ਉਮੜਦਾ ਹੈ, ਉੱਥੇ ਵਿਚਾਰ ਰੁਕ ਜਾਂਦੇ ਹਨ ਤੇ ਭਾਵ ਪ੍ਰਗਟ ਹੋ ਜਾਂਦਾ ਹੈ। ਭਾਵ ਕਲਪਨਾ ਆਧਾਰਿਤ ਵੀ ਹੁੰਦਾ ਹੈ ਤੇ ਭਾਵ ਪਦਾਰਥ ਵੀ ਹੁੰਦਾ ਹੈ। ਹਰ ਕਿਸੇ ਵਸਤੂ ਜਾਂ ਕਿਸੇ ਹਸਤੀ ਦੀ ਕਲਪਨਾ ਕਰਨੀ, ਸਹਿਜੇ ਸਹਿਜੇ ਉਸ ਵਿੱਚ ਮਨ ਇਕਾਗਰ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਕਲਪਨਾ ਸਾਕਾਰ ਰੂਪ ਧਾਰਨ ਕਰ ਲੈਂਦੀ ਹੈ। ਜੈਸੇ ਕਿ ਸਮੋਹਨ ਦੀ ਪ੍ਰਕਿਰਿਆ ਹੈ। ਇੱਕ ਬੰਦੇ ਨੂੰ ਬਾਰ-ਬਾਰ ਆਖਿਆ ਜਾਂਦਾ ਹੈ ਕਿ ਤੂੰ ਬੇਹੋਸ਼ ਹੋ ਗਿਆ ਹੈ, ਉਹ ਬੇਹੋਸ਼ ਹੋ ਜਾਂਦਾ ਹੈ। ਹੁਣ ਮਨ ਦਾ ਸਰੀਰ ਨਾਲ ਸੰਬੰਧ ਟੁੱਟ ਜਾਂਦਾ ਹੈ ਤੇ ਮਾਨਸਿਕ ਸ਼ਕਤੀ ਬੜੀ ਪ੍ਰਬਲ ਸ਼ਕਤੀ ਹੈ। ਉਸ ਕੋਲੋਂ ਜੋ ਪੁੱਛਿਆ ਜਾਂਦਾ ਹੈ ਉਹ ਮਾਨਸਿਕ ਸ਼ਕਤੀ ਨਾਲ ਦੱਸੀ ਜਾਂਦਾ ਹੈ। ਸਮੋਹਣ ਦੀ ਅਵਸਥਾ ਵਿੱਚ ਪੁੱਜੇ ਹੋਏ ਨੂੰ ਜੇਕਰ ਆਖਿਆ ਜਾਵੇ ਤੇਰੇ ਹੱਥ ਤੇ ਅੰਗਾਰਾ ਰੱਖ ਦਿੱਤਾ ਹੈ ਤਾਂ ਉਸ ਦਾ ਹੱਥ ਜਲ ਉੱਠੇਗਾ, ਚਾਹੇ ਇਹ ਅੰਗਾਰਾ ਨਹੀਂ ਰੱਖਿਆ ਗਿਆ। ਅਮਰੀਕਾ ਵਿੱਚ ਇੱਕ ਵਿਸ਼ਵ ਵਿਦਿਆਲੇ ਵਿੱਚ ਕੁਝ ਨੌਜਵਾਨ ਸਮੋਹਨ ਤੇ ਕੰਮ ਕਰ ਰਹੇ ਸਨ। ਉਹਨਾਂ ਨੇ ਇੱਕ ਨੌਜਵਾਨ ਨੂੰ ਸਮੋਹਨ ਕਰਕੇ ਉਸ ਤੇ ਤਰ੍ਹਾਂ ਦੇ ਪ੍ਰਯੋਗ ਕੀਤੇ। ਫਿਰ ਉਸ ਨੂੰ ਆਖਿਆ ਕਿ ਤੂੰ ਮਰ ਗਿਆ ਹੈ। ਵਾਕਈ ਉਹ ਮਰ ਗਿਆ। ਇਤਨਾ ਭਾਵ ਗ੍ਰਹਿਣ ਕਰ ਲਿਆ ਕਿ ਪ੍ਰਾਣਾਂ ਨੇ ਸਰੀਰ ਨਾਲੋਂ ਸੰਬੰਧ ਤੋੜ ਦਿੱਤਾ। ਇਸ ਤੋਂ ਬਾਅਦ ਅਮਰੀਕਾ ਵਿੱਚ ਸਮੋਹਨ ਦੀ ਕਿਰਿਆ ਤੇ ਬੰਦਸ਼ ਲਾ ਦਿੱਤੀ ਗਈ। ਪ੍ਰਗਾੜ ਕਲਪਨਾ ਵਿੱਚ ਭਾਵ ਵਿਭੋਰ ਹੋਣਾ ਨਾਲ ਕਲਪਨਾ ਸਾਕਾਰ ਹੁੰਦੀ ਦਿਖਾਈ ਦਿੰਦੀ ਹੈ। ਮਜਨੂ ਦਾ ਹਰ ਵਕਤ ਲੈਲਾ ਦੀ ਕਲਪਨਾ ਵਿੱਚ ਭਾਵ ਪੂਰਤ ਰਹਿਣਾ। ਅੰਜਾਮ ਇਹ ਹੋਇਆ ਕਿ ਮਜਨੂ ਨੂੰ ਹਰ ਪਾਸੇ ਲੈਲਾ ਹੀ ਵਿਖਾਈ ਦੇਣ ਲੱਗ ਪਈ। ਇਹ ਲੈਲਾ ਉਸ ਦਾ ਭਾਵ ਪੂਰਕ ਕਲਪਨਾ ਤੋਂ ਹੀ ਪ੍ਰਗਟ ਹੋਈ। ਅਗਰ ਮਜਨੂ ਭਾਵ ਛੱਡ ਦੇਵੇ, ਕਲਪਨਾ ਛੱਡ ਦੇਵੇ ਤਾਂ ਲੈਲਾ ਤਰੋਹਿਤ ਹੋ ਜਾਵੇਗੀ। ਕਈ ਈਸ਼ਵਰ ਦੀ ਭਾਵ ਪੂਰਨ ਕਲਪਨਾ ਕਰਦੇ ਹਨ ਤੇ ਉਸ ਦਾ ਮਨ ਇਕਾਗਰ ਹੋ ਜਾਂਦਾ ਹੈ। ਐਸੇ ਮਨੁੱਖ ਨੂੰ ਕਿਤੇ ਕ੍ਰਿਸ਼ਨ ਤੇ ਕਿਧਰੇ ਰਾਮ ਦਿਖਾਈ ਦਿੰਦਾ ਹੈ। ਦਰਅਸਲ ਉਹ ਉਹਨਾਂ ਦੀ ਕਲਪਨਾ ਜੋ ਭਾਵ ਪੂਰਨ ਹੈ ਉਸ ਤੋਂ ਪ੍ਰਗਟ ਹੋਇਆ ਹੈ। 4 ਦਿਨ ਕਲਪਨਾ ਛੱਡਣ ਨਾਲ ਕ੍ਰਿਸ਼ਨ ਤੇ ਰਾਮ ਖੋ ਜਾਂਦੇ ਹਨ, ਪਰ ਇੱਕ ਭਾਵ ਪਦਾਰਥ ਹੈ। ਇਹ ਤਾਂ ਠੀਕ ਹੈ ਕਿ ਜਿੱਥੇ ਵਿਚਾਰ ਰੁਕਦੇ ਹਨ ਉੱਥੇ ਭਾਵ ਪ੍ਰਗਟ ਹੁੰਦਾ ਹੈ, ਪਰ ਜਿਹਦੇ ਵਿਚਾਰ ਰੁਕੇ ਹਨ ਉੱਥੋਂ ਹੀ ਭਾਵ ਪ੍ਰਗਟ ਹੋਏਗਾ। ਵਿਚਾਰ ਅਗਰ ਕਲਪਨਾ ਸੁਪਨ ਮਾਤਰ ਹੀ ਸਨ ਤਾਂ ਭਾਵ ਵੀ ਐਸਾ ਹੀ ਪ੍ਰਗਟ ਹੋਏਗਾ। ਪਰ ਵਿਚਾਰ ਯਥਾਰਥ ਸਨ। ਚਿੰਤਨ ਉਹਨਾਂ ਵਿਚਾਰਾਂ ਤੇ ਸਾਕਾਰ ਹੋਣ ਦਾ ਚੱਲ ਰਿਹਾ ਸੀ ਤੇ ਵਿਚਾਰ ਦੇ ਰੁਕਣ ਨਾਲ ਜੋ ਭਾਵ ਪੈਦਾ ਹੋਵੇਗਾ ਉਥੋਂ ਯਥਾਰਥ ਹੋਵੇਗਾ। ਐਸਾ ਭਾਵ ਜਿੱਥੇ ਪ੍ਰਗਟ ਹੋ ਜਾਏ ਉਹੀ ਸੱਚਾ ਭਗਤ ਹੈ ਤੇ ਭਗਤ ਦੀ ਪਹੁੰਚ ਬਹੁਤ ਦੂਰ ਤੱਕ ਹੈ ਤੇ ਭਗਤ ਸਭ ਤੋਂ ਵੱਡਾ ਹੈ। ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨ ਕੋਏ। ਬਿਲਾਵਲ ਬਾਣੀ ਰਵਿਦਾਸ ਜੀ ਅੰਗ 858। ਜੋਗ ਜਗ ਦਾਨ ਪੁੰਨ ਤਪੱਸਿਆ ਭਗਤ ਤੋਂ ਥੱਲੇ ਰਹਿ ਜਾਂਦੀ ਹੈ। ਹਰ ਭਗਤ ਨੇ ਜਿਨ੍ਹੇ ਕੇਵਲ ਆਰਿਦ ਕਰਮ ਨਾ ਬਚਸਾ। ਜੁਗੇਨ ਕਿੰ ਜਾਗੇਨ ਕਿੰ ਦਾਨੇਨ ਕਿੰ ਤਪਸਾ। ਗੁਜਰੀ ਜੈਦੇਵ ਜੀ ਅੰਗ 526। ਕਰਮ ਜੋਗੀ ਜਦ ਕਰਮਾਂ ਤੋਂ ਥੱਕਦਾ ਹੈ ਤਾਂ ਵਿਚਾਰ ਕਰਦਾ ਹੈ, ਪਰ ਜਦ ਵਿਚਾਰ ਤੋਂ ਮਨ ਥੱਕਦਾ ਹੈ ਤਾਂ ਭਾਵ ਉਦੇਕ ਹੁੰਦਾ ਹੈ। ਕਰਮ ਨਾਲ ਹਿਰਦੇ ਦੀ ਸ਼ੁੱਧੀ ਨਹੀਂ ਹੁੰਦੀ, ਵਿਚਾਰ ਨਾਲ ਵੀ ਹਿਰਦੇ ਦੀ ਮਲੀਨਤਾ ਬਣੀ ਰਹਿੰਦੀ ਹੈ, ਪਰ ਭਾਵ ਵਿਭੋਰ ਹੋਇਆ ਨਿਰਮਲ ਹੋ ਜਾਂਦਾ ਹੈ। ਪ੍ਰਭੂ ਪਿਆਰ ਮਿਲਣ ਦੀ ਤੜਫ ਸਭ ਵਿਅਰਥ ਕੂੜਾ ਕਚਾਰਾ ਬਹਾ ਕੇ ਲੈ ਜਾਂਦਾ ਹੈ। ਅੱਠੇ ਪਹਿਰ ਇੱਕ ਤੜਫ ਬਣੀ ਰਹਿੰਦੀ ਹੈ। ਸੁਭਾਅ ਵਿੱਚ ਭੋਲਾਪਣ ਆ ਜਾਂਦਾ ਹੈ। 2 ਹੀ ਵਿਅਕਤੀ ਭੋਲੇ ਹਨ, ਇੱਕ ਬੱਚਾ ਤੇ ਦੂਜਾ ਭਗਤ। ਬੱਚਾ ਭੋਲਾ ਹੈ, ਅੰਦਰੋਂ ਬਾਹਰੋਂ ਇੱਕ ਹੈ। ਇਸ ਵਾਸਤੇ ਭਗਤਾਂ ਕੋਲ ਬੱਚੇ ਵਾਲੀ ਪ੍ਰਵਿਰਤੀ ਹੁੰਦੀ ਹੈ। ਬਾਲ ਬੁੱਧ ਨਿਰਵਿਕਾਰ ਹੈ, ਭਗਤ ਬੁੱਧ ਵੀ ਨਿਰਵਿਕਾਰ ਹੈ। ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ ਕਿ ਅਸੀਂ ਪ੍ਰਭੂ ਨੂੰ ਪ੍ਰਾਪਤ ਕੀਤਾ ਹੈ ਬਾਲ ਬੁੱਧੀ ਕਰਕੇ।
ਪਾਇਓ ਬਾਲ ਬੁੱਧ ਸੁਧਰੇ, ਰਾਗ ਗੌੜੀ ਮਹੱਲਾ ਪੰਜਵਾਂ ਅੰਗ 214। ਪਰ ਬੱਚੇ ਦਾ ਭੋਲਾਪਨ ਅਗਿਆਨ ਤੇ ਖੜਾ ਹੈ। ਭਗਤ ਦਾ ਭੋਲਾਪਨ ਵਿਚਾਰ ਗਿਆਨ ਤੋਂ ਪ੍ਰਗਟ ਹੋਇਆ ਹੈ। ਬੱਚਾ ਅਚੇਤ ਹੈ, ਭਗਤ ਸੁਚੇਤ ਹੈ। ਬੱਚੇ ਨੂੰ ਮਨਚਾਹਾ ਪਦਾਰਥ ਸਾਹਮਣੇ ਰੋਣ ਲੱਗ ਪੈਂਦਾ ਹੈ। ਬਸ ਬੱਚੇ ਦੇ ਰੋਣ ਤੋਂ ਹੀ ਉਸ ਦੀ ਮੰਗ ਦਾ ਪਤਾ ਚੱਲਦਾ ਹੈ। ਭਗਤ ਜਦ ਭਾਵ ਵਿਭੋਰ ਹੁੰਦਾ ਹੈ ਤਾਂ ਬਸ ਉਸ ਕੋਲ ਵੀ ਰੋਣਾ ਹੀ ਰਹਿ ਜਾਂਦਾ ਹੈ। ਹਉ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲਿਆ ਜੀਓ। ਮਹੱਲਾ ਚੌਥਾ, ਮਾਝ ਅੰਗ 94। ਸਾਰਾ ਜਗਤ ਕਰਮ ਤੇ ਵਿਚਾਰਾਂ ਦੇ ਤਲ ਤੇ ਜਿਉਂਦਾ ਹੈ। ਭਗਤ ਕਰਮ ਦੇ ਵਿਚਾਰ ਤੋਂ ਉੱਚਾ ਉੱਠ ਜਾਂਦਾ ਹੈ। ਇਸ ਲਈ ਜਗਤ ਨਾਲ ਭਗਤ ਦਾ ਤਾਲਮੇਲ ਨਹੀਂ ਬੈਠਦਾ। ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਸ਼ਲੋਕ ਮਹੱਲਾ ਪਹਿਲਾ ਅੰਗ 145। ਭਗਤ ਇਸ ਵਾਸਤੇ ਸੰਸਾਰੀਆਂ ਨੂੰ ਪਾਗਲ ਜਿਹੇ ਪ੍ਰਤੀਤ ਹੁੰਦੇ ਹਨ, ਜਦਕਿ ਭਗਤਾਂ ਨੂੰ ਸੰਸਾਰੀਆਂ ਤੇ ਦਇਆ ਆਉਂਦੀ ਹੈ। ਭਾਵ ਜਿੱਥੇ ਪ੍ਰਗਟ ਹੋ ਗਿਆ ਹੈ ਉਹ ਭਗਤ ਹੈ। ਭਗਤ ਦੀ ਪਹੁੰਚ ਬੜੀ ਦੂਰ ਤੱਕ ਹੈ। ਧਾਰਮਿਕ ਦੁਨੀਆ ਅੰਦਰ ਭਗਤ ਦਾ ਰੁਤਬਾ ਸਭ ਤੋਂ ਵੱਡਾ ਹੈ। ਭਾਵ ਜਦ ਯਥਾਰਥ ਤੇ ਆਸ਼ਰਿਤ ਹੁੰਦਾ ਹੈ ਤਾਂ ਕੋਈ ਨਿਸ਼ਕਾਮ ਨਹੀਂ ਹੋ ਜਾਂਦਾ, ਬਲਕਿ ਉਸ ਦੇ ਕਰਮ ਕ੍ਰਾਂਤੀਕਾਰੀ ਹੋ ਜਾਂਦੇ ਹਨ ਔਰ ਵਿਚਾਰਾਂ ਵਿੱਚ ਮੌਲਿਕਤਾ ਪੈਦਾ ਹੋ ਜਾਂਦੀ ਹੈ। ਜਦ ਕਿ ਕਲਪਨਾ ਤੇ ਆਧਾਰਿਤ ਭਾਵ ਮਨੁੱਖ ਨੂੰ ਨਿਸ਼ਕਿਰਿਆ ਕਰ ਦਿੰਦਾ ਹੈ। ਮਜਨੂ ਲੈਲਾ ਲੈਲਾ ਕਰਨ ਤੋਂ ਇਲਾਵਾ ਕੁਝ ਨਹੀਂ ਕਰ ਸਕਦਾ ਸੀ। ਹਾਲਾਂਕਿ ਭਾਵ ਪੂਰਨ ਤੌਰ ਤੇ ਉਦੇ ਹੋਇਆ ਸੀ, ਪਰ ਆਧਾਰਿਤ ਕਲਪਨਾ ਤੇ ਸੀ। ਪਰ ਜੋ ਸਤ ਵਿਚਾਰ ਤੋਂ ਭਾਵ ਪੈਦਾ ਹੁੰਦਾ ਹੈ, ਸਤ ਦੀ ਵਿਚਾਰ ਕਰਦੇ ਕਰਦੇ ਜਦ ਮਨ ਨਿਰਵਿਚਾਰ ਹੋ ਜਾਂਦਾ ਹੈ ਤਾਂ ਭਾਵ ਉਦੇ ਹੋ ਕੇ ਜੀਵਨ ਨੂੰ ਆਨੰਦ ਦਾ ਸਾਗਰ ਬਣਾ ਦਿੰਦਾ ਹੈ। ਮਨ ਜਿੱਥੇ ਪੂਰਨ ਹੁੰਦਾ ਹੈ, ਮਨ ਦਾ ਪੂਰਨ ਹੋਣਾ ਮਨ ਦੀ ਮੌਤ ਹੈ, ਤੇ ਮਨ ਪੂਰਨ ਉੱਤੇ ਹੁੰਦਾ ਹੈ ਜਿੱਥੇ ਕਰਮ ਵਿਚਾਰ ਆਸ਼ਰਿਤ ਹੋਵੇ ਤੇ ਜਿੱਥੇ ਵਿਚਾਰ ਭਾਵ ਆਸ਼ਰਿਤ ਹੋ ਜਾਂਦਾ ਹੈ। ਕਰਮ ਵਿਚਾਰ ਦੇ ਭਾਵ ਦਾ ਸੰਗਮ ਨਵੇਂ ਜੀਵਨ ਨੂੰ, ਨਵੀਂ ਵਿਚਾਰ, ਨਵੇਂ ਕਰਮ, ਨਵਾਂ ਨਦੀਨ ਰਹਿਣ ਵਾਲੇ ਆਨੰਦ ਨੂੰ ਜਨਮ ਦਿੰਦਾ ਹੈ। ਭਾਗ ਚੌਥਾ, ਜੋਤਿਸ਼। ਭੂਤਕਾਲ ਦੀਆਂ ਯਾਦਾਂ ਤੇ ਭਵਿੱਖ ਦੀ ਚਿੰਤਾ ਮਨੁੱਖ ਵਿੱਚ ਜਮਾਂਦਰੂ ਹਨ। ਮੈਂ ਕੀ ਸੀ ਤੇ ਮੈਂ ਕੀ ਹੋ ਸਕਾਂਗਾ, ਐਸਾ ਹਰ ਮਨੁੱਖ ਜਾਣਨਾ ਚਾਹੁੰਦਾ ਹੈ। ਦਾਰਸ਼ਨਿਕ, ਮਨੋਵਿਗਿਆਨੀ ਤੇ ਧਾਰਮਿਕ ਲੋਕ ਆਪਣੀ ਸਮਰੱਥਾ ਅਨੁਸਾਰ ਇਹ ਖੋਜ ਵਿੱਚ ਆਦਗਾਲ ਤੋਂ ਰਹੇ ਹਨ। ਦ੍ਰਿਸ਼ਟੀਕੋਣ ਵੱਖ-ਵੱਖ ਹੋਣ ਕਰਕੇ ਖੋਜ ਦੇ ਸਿੱਟੇ ਵੱਖ-ਵੱਖ ਨਿਕਲੇ। ਜੀਵਨ ਸੰਸਾਰ ਦੇ ਇੱਕ ਪਹਿਲੂ ਦੀ ਵਿਚਾਰ ਪੇਸ਼ ਕਰ ਸਕੇ। ਭਵਿੱਖਬਾਣੀਆਂ ਨਾਲ ਹਰੇਕ ਧਰਮ ਦੇ ਗ੍ਰੰਥ ਭਰੇ ਪਏ ਹਨ। 84 ਲੱਖ ਜੂਨ ਮਨੁੱਖ ਦਾ ਭੂਤਕਾਲ ਹੈ। ਐਸਾ ਇਹ ਦੇਸ਼ ਦੇ ਧਾਰਮਿਕ ਮਨੁੱਖਾਂ ਦਾ ਚਿੰਤਨ ਹੈ। ਹਰ ਵਸਤੂ ਹਸਤੀ ਦਾ ਆਦਿ ਕੀ ਹੈ, ਅੰਤ ਕੀ ਹੈ, ਇਹ ਖੋਜ ਸਦੀਆਂ ਤੋਂ ਜਾਰੀ ਹੈ। ਵਿਗਿਆਨੀਆਂ ਨੇ ਵੀ ਇਹ ਖੋਜ ਵਿੱਚ ਆਪਣਾ ਯੋਗਦਾਨ ਪਾਇਆ ਹੈ। ਸ੍ਰਿਸ਼ਟੀ ਕਦੋਂ ਬਣੀ ਤੇ ਕਿਵੇਂ ਬਣੀ। ਧਰਮ ਤੇ ਵਿਗਿਆਨ ਦੇ ਆਪਣੇ ਆਪਣੇ ਕਥਨ ਹਨ। ਮਨੁੱਖੀ ਮਨ ਦੀ ਬਣਤਰ ਕੁਝ ਐਸੀ ਹੈ, ਹਰ ਵਸਤੂ ਦਾ ਪ੍ਰਭਾਵ ਸੂਖਮ ਜਾਂ ਸਥੂਲ ਰੂਪ ਕਬੂਲਦਾ ਹੈ। ਸਰਦੀ ਵਿੱਚ ਮਨ ਦੀ ਹਾਲਤ ਕੁਝ ਹੋਰ ਹੁੰਦੀ ਹੈ, ਪਰ ਗਰਮੀ ਜ਼ੋਰ ਦੀ ਪੈ ਰਹੀ ਹੋਵੇ ਤਾਂ ਮਨ ਦੀਆਂ ਸੋਚਾਂ ਬਦਲ ਜਾਂਦੀਆਂ ਹਨ। ਮੌਸਮ ਬਹਾਰ ਹੋਵੇ ਤਾਂ ਮਨ ਬਹੁਤ ਖੁਸ਼ ਹੁੰਦਾ ਹੈ, ਲੇਕਿਨ ਖਿਜਾ ਦੀ ਰੁੱਤ ਹੋਵੇ ਤਾਂ ਮਨ ਤੇ ਤਲ ਤੇ ਉਦਾਸੀ ਛਾ ਜਾਂਦੀ ਹੈ। ਖਿੰਨ ਪ੍ਰਕਿਰਤੀ ਮੁਤਾਸਰ ਕਰਦੀ ਹੈ ਔਰ ਅਨੇਕਾਂ ਪ੍ਰਕਾਰ ਦੇ ਪ੍ਰਭਾਵ ਹੇਠ ਜੀਵਨ ਚੱਲ ਰਿਹਾ ਹੈ। ਜਦ ਇਹ ਸਮਝ ਦੀ ਵਿਕਸਤ ਹੋਈ ਤਾਂ ਮਨੁੱਖ ਨੇ ਖੋਜ ਆਰੰਭ ਕਰ ਦਿੱਤੀ। ਇਹ ਪ੍ਰਭਾਵ ਕਿੱਥੋਂ ਪੈ ਰਿਹਾ ਹੈ, ਕਿਉਂ ਪੈ ਰਿਹਾ ਹੈ। ਪੂਰਨਮਾਸ਼ੀ ਦੀ ਰਾਤ ਨੂੰ ਸਮੁੰਦਰ ਵਿੱਚ ਉਛਾਲ ਆ ਜਾਂਦਾ ਹੈ। ਸਮੁੰਦਰ ਦੇ ਤੱਟ ਤੇ ਰਹਿਣ ਵਾਲੇ ਪੂਰਨਮਾਸ਼ੀ ਨੂੰ 1 ਮੀਲ ਦੂਰ ਹਟ ਜਾਂਦੇ ਹਨ। ਖੋਜੀਆਂ ਦੀ ਪਕੜ ਵਿੱਚ ਇਹ ਘਟਨਾ ਆ ਗਈ ਸੀ ਕਿ ਚੰਦਰਮਾ ਦੀ ਖਿੱਚ ਨਾਲ ਸਮੁੰਦਰ ਵਿੱਚ ਉਛਾਲ ਆਉਂਦਾ ਹੈ। ਫਿਰ ਸਹਿਜੀ ਇਹ ਵੀ ਬੋਧ ਹੋਇਆ ਕਿ ਗ੍ਰਹਿਆਂ ਦੀ ਕਸ਼ਿਸ਼ ਨਾਲ ਹੀ ਸਮੁੰਦਰ ਵਿੱਚ ਹਰ ਰੋਜ਼ ਉਤਾਰ ਚੜਾਅ ਆਉਂਦਾ ਹੈ। ਮਨੁੱਖ ਦੇ ਸਰੀਰ ਵਿੱਚ 60% ਪਾਣੀ ਹੈ। ਜੋ ਸਮੁੰਦਰ ਦੇ ਪਾਣੀ ਦਾ ਅਨੁਪਾਤ ਹੈ, ਉਹੀ ਮਨੁੱਖੀ ਸਰੀਰ ਦੇ ਪਾਣੀ ਦਾ ਅਨੁਪਾਤ ਹੈ। ਜਿਤਨਾ ਨਮਕ ਸਮੁੰਦਰ ਦੇ ਪਾਣੀ ਵਿੱਚ ਹੈ, ਉਤਨਾ ਮਨੁੱਖੀ ਸਰੀਰ ਦੇ ਪਾਣੀ ਵਿੱਚ ਹੈ। ਫਿਰ ਇਹ ਨਿਸ਼ਚਿਤ ਕਰ ਲਿਆ ਗਿਆ ਕਿ ਮਨੁੱਖ ਵੀ ਸਾਗਰ ਦੀ ਤਰ੍ਹਾਂ ਚੰਦਰਮਾ ਤੋਂ ਅੰਦੋਲਿਤ ਹੁੰਦਾ ਹੈ। ਫਿਰ ਇਸ ਆਧਾਰ ਤੇ ਖੋਜ ਆਰੰਭ ਦਿੱਤੀ ਤੇ ਪੂਰਨਮਾਸ਼ੀ ਨੂੰ ਮਨੁੱਖ ਬਹੁਤ ਉਤੇਜਿਤ ਹੁੰਦਾ ਹੈ। ਲੜਾਈ ਝਗੜੇ ਜ਼ਿਆਦਾ ਹੁੰਦੇ ਹਨ। ਇਸ ਉਛਾਲ ਨਾਲ ਬਹੁਤਾ ਨੁਕਸਾਨ ਨਾ ਹੋਵੇ ਤਾਂ ਬਚਾਓ ਦਾ ਢੰਗ ਇਹ ਦੱਸਿਆ ਗਿਆ ਕਿ ਪੂਰਨਮਾਸ਼ੀ ਵਾਲੇ ਦਿਨ ਵਰਤ ਰੱਖਿਆ ਜਾਵੇ, ਮਨੁੱਖ ਕੁਝ ਨਾ ਖਾਵੇ। ਭੁੱਖਾ ਰਹੇਗਾ ਤਾਂ ਸਰੀਰ ਅੰਦਰ ਕੁਝ ਕਮਜ਼ੋਰੀ ਆਵੇਗੀ ਤੇ ਲੜਾਈ ਦੀ ਥਾਂ ਤੇ ਬਾਰ-ਬਾਰ ਭੋਜਨ ਚੇਤੇ ਆਵੇਗਾ, ਲੜਾਈ ਭੁੱਲ ਜਾਵੇਗੀ। ਬਾਕੀ ਗ੍ਰਹਿਆਂ ਦਾ, ਖਾਸ ਕਰਕੇ 9 ਗ੍ਰਹਿਆਂ ਦਾ ਜੋ ਪ੍ਰਭਾਵ ਪ੍ਰਿਥਵੀ ਤੇ ਪੈਂਦਾ ਹੈ, ਇਸ ਦਾ ਅਧਿਐਨ ਕੀਤਾ ਗਿਆ। ਸੂਰਜ ਦੇ ਇੱਕ ਰਾਸ ਤੋਂ ਦੂਜੀ ਰਾਸ ਵਿੱਚ ਪ੍ਰਵੇਸ਼ ਕਰਨ ਤੇ ਜੋ ਕ੍ਰਾਂਤੀ ਹੁੰਦੀ ਹੈ, ਉਸ ਦਿਨ ਨੂੰ ਸਕਰਾਂਤ ਆਖਿਆ ਗਿਆ। ਧਰਤੀ ਤੇ ਅਨੇਕਾਂ ਰੁੱਤਾਂ ਸੂਰਜ ਦੀ ਚਾਲ ਨਾਲ ਬਦਲਦੀਆਂ ਹਨ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ।
ਸੋਹਿਲਾ ਰਾਗ ਗੌੜੀ ਦੀ ਕੀ ਮਹੱਲਾ ਪਹਿਲਾ ਅੰਗ 12। ਅਨੇਕਾਂ ਵੇਸ ਧਰਤੀ ਸੂਰਜ ਕਰਕੇ ਧਾਰਨ ਕਰਦੀ ਹੈ। ਮਨੁੱਖ ਜ਼ਿਆਦਾ ਸੰਵੇਦਨਸ਼ੀਲ ਪ੍ਰਾਣੀ ਹੈ। ਸੋ ਜਦ ਧਰਤੀ ਤੇ ਅਸਰ ਪੈਂਦਾ ਹੈ, ਰੁੱਤਾਂ ਥਿੱਤਾਂ ਬਦਲਦੀਆਂ ਹਨ, ਤਾਂ ਮਨੁੱਖ ਉੱਤੇ ਇਸ ਦਾ ਖਾਸ ਅਸਰ ਪੈਂਦਾ ਹੋਵੇਗਾ। ਸੋ ਗ੍ਰਹਿ ਨਛੱਤਰਾਂ ਦੀ ਪੂਜਾ ਦਾ ਸਿਲਸਿਲਾ ਆਰੰਭ ਹੋਇਆ ਤੇ ਇਸ ਤਰ੍ਹਾਂ ਵਿਗਿਆਨ ਦਾ ਨਾਮ ਜੋਤਿਸ਼ ਪੈ ਗਿਆ। ਗਣਿਤ ਜੋਤਿਸ਼ ਗ੍ਰਹਿ ਨਛੱਤਰਾਂ ਦੀ ਚਾਲ ਦੀ ਗਣਿਤ ਤੇ ਖੜਾ ਹੈ। 1 ਸਾਲ ਪਹਿਲੇ ਦੱਸ ਦੇਣਾ ਕਿ ਸੂਰਜ ਨੂੰ ਜਾਂ ਚੰਦਰਮਾ ਨੂੰ ਗ੍ਰਹਿਣ ਫਲਾਣੇ ਦਿਨ ਲੱਗੇਗਾ। ਬਾਰਿਸ਼, ਹਨੇਰੀ, ਭੁਚਾਲ, ਤੂਫਾਨ ਦੀਆਂ ਭਵਿੱਖਬਾਣੀਆਂ ਹੋਣ ਲੱਗ ਪਈਆਂ ਤੇ ਪ੍ਰਿਥਵੀ ਤੇ ਪਰਲੋ ਤੱਕ ਦੀਆਂ ਭਵਿੱਖਬਾਣੀਆਂ ਕਈ ਦਫਾ ਹੋਈਆਂ। ਫਿਰ ਮਨੁੱਖ ਦੇ ਸਬੰਧ ਵਿੱਚ ਭਵਿੱਖਬਾਣੀ ਦਾ ਸਿਲਸਿਲਾ ਚੱਲਿਆ। ਉਹ ਭਾਰਤ ਤੋਂ ਸਾਰੀ ਦੁਨੀਆ ਵਿੱਚ ਵਿਕਸਿਤ ਹੋਇਆ। ਗ੍ਰਹਿਆਂ ਦੀ ਗਰਦਿਸ਼ ਨਾਲ ਹੀ ਜੀਵਨ ਦੀ ਗਰਦਿਸ਼ ਨੂੰ ਜੋੜ ਦਿੱਤਾ ਗਿਆ। ਜਨਮ ਸਮੇਂ ਕਿਹੜਾ ਗ੍ਰਹਿ ਉਦੇ ਹੋ ਰਿਹਾ ਸੀ ਤੇ ਕਿਹੜਾ ਅਸਤ ਹੋ ਰਿਹਾ ਸੀ, ਇਸ ਆਧਾਰ ਤੇ ਜਨਮ ਕੁੰਡਲੀ ਬਣਾਉਣ ਦਾ ਰਿਵਾਜ ਪ੍ਰਚਲਿਤ ਹੋਇਆ। ਇਸ ਤਰ੍ਹਾਂ ਜੀਵਨ ਦੇ ਹਰ ਪਹਿਲੂ ਵਿੱਚ ਜੋਤਿਸ਼ ਪ੍ਰਦਾਨ ਹੋ ਗਿਆ ਔਰ ਖਾਸ ਕਰਕੇ ਹਿੰਦੁਸਤਾਨੀ ਤਾਂ ਇਸ ਵਿੱਚ ਇਤਨਾ ਵਿਸ਼ਵਾਸ ਰੱਖਣ ਲੱਗ ਪਿਆ ਕਿ ਕੋਈ ਨਵਾਂ ਜੋਤਸ਼ੀ ਤੋਂ ਪੁੱਛੇ ਬਿਨਾਂ ਕੰਮ ਹੀ ਨਹੀਂ ਕਰਨਾ। ਵੱਡੇ ਵੱਡੇ ਰਾਜਨੀਤਿਕ ਪੁਰਾਣੇ ਰਾਜੇ ਮਹਾਰਾਜੇ ਜੋਤਸ਼ੀਆਂ ਤੋਂ ਪੁੱਛ ਕੇ ਹੀ ਹਰ ਕੰਮ ਕਰਦੇ ਸਨ। ਦੇਸ਼ ਦੇ ਚੋਟੀ ਦੇ ਰਾਜਨੀਤਿਕ ਅੱਜ ਵੀ ਜੋਤਸ਼ੀਆਂ ਦੇ ਆਲੇ ਦੁਆਲੇ ਮੰਡਲਾਂ ਦੇ ਦਿਖਾਈ ਦਿੰਦੇ ਹਨ। ਗੁਰਮਤਿ ਦੀ ਰੋਸ਼ਨੀ ਵਿੱਚ ਇਸ ਨੂੰ ਵੇਖੀਏ ਤਾਂ ਗ੍ਰਹਿ ਨਛੱਤਰ ਸਭ ਅਕਾਲ ਪੁਰਖ ਦੀ ਬਣਾਈ ਹੋਈ ਨਿਯਮਾਵਲੀ ਅਨੁਸਾਰ ਹੀ ਚੱਲ ਰਹੇ ਹਨ। ਇਸ ਤਰ੍ਹਾਂ ਸਭ ਕੁਝ ਉਸ ਅਕਾਲ ਪੁਰਖ ਦੇ ਹੱਥ ਵਿੱਚ ਹੈ। ਭਾਈ ਮਤ ਕੋਈ ਜਾਨੋ ਕਿਸੀ ਕੇ ਕਿਸ਼ਾਤ ਹੈ, ਸਭ ਕਰੇ ਕਰਾਇਆ, ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੇ ਵਸ ਹੈ, ਕੋਈ ਲਾਗ ਨਾ ਸਕੇ ਬਿਨ ਹਰ ਕਾ ਲਾਇਆ। ਗੌੜੀ ਬਰਾਗਨ ਮਹੱਲਾ ਚੌਥਾ ਅੰਗ 168। ਤਾਂ ਤੇ ਗ੍ਰਹਿ ਨਛੱਤਰਾਂ ਦੀ ਪੂਜਾ ਕਰਨ ਦੀ ਥਾਂ ਤੇ ਅਕਾਲ ਪੁਰਖ ਦੀ ਆਰਾਧਨਾ ਕਰਨੀ ਚਾਹੀਦੀ ਹੈ ਤੇ ਆਰਾਧਨ ਨਾਲ ਇਤਨਾ ਫਲ ਮਿਲਦਾ ਹੈ ਕਿ ਮਨੁੱਖ ਅਕਾਲ ਪੁਰਖ ਦੀ ਰਜ਼ਾ ਵਿੱਚ ਰਾਜੀ ਹੋ ਜਾਂਦਾ ਹੈ। ਉਸ ਦਾ ਹੁਕਮ ਭਾਣਾ ਮਿੱਠਾ ਲੱਗਦਾ ਹੈ। ਗ੍ਰਹਿ ਨਛੱਤਰਾਂ ਦੀ ਪੂਜਾ ਨਾਲ ਅਕਾਲ ਪੁਰਖ ਦੇ ਹੁਕਮ ਨੂੰ ਟਾਲਿਆ ਨਹੀਂ ਜਾ ਸਕਦਾ ਤੇ ਗ੍ਰਹਿ ਨਛੱਤਰ ਕਰਤੇ ਦੀ ਕ੍ਰਿਤ ਹਨ। ਕ੍ਰਿਤ ਸਾਡੀ ਮਾਲਕ ਨਹੀਂ ਹੈ, ਉਹ ਕਰਤਾ ਮਾਲਿਕ ਹੈ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤੂੰ ਭਾਵੈ ਸੋਈ ਦਿਸੀ, ਜੋ ਤੂੰ ਦੇ ਸੋਈ ਹੋ ਪਾਈ। ਆਸਾ ਮਹੱਲਾ ਚੌਥਾ ਅੰਗ 11। ਗਲੀ ਗਲੀ ਵਿੱਚ ਬੈਠੇ ਤਥਾ ਕਥਿਤ ਜੋਤਸ਼ੀ ਮਨੁੱਖ ਦਾ ਭਵਿੱਖ ਜਾਣਨ ਦੀ ਭੁੱਖ ਤੋਂ ਫਾਇਦਾ ਉਠਾਉਂਦੇ ਹਨ ਔਰ ਹਸਤ ਰੇਖਾ ਵੇਖ ਕੇ ਭਵਿੱਖ ਦੱਸਣਾ ਉਹਨਾਂ ਦਾ ਧੰਦਾ ਹੋ ਗਿਆ ਹੈ। ਲੇਕਿਨ ਸੱਚਾਈ ਇਹ ਹੈ ਕਿ ਉਹਨਾਂ ਨੂੰ ਆਪਣੇ ਭਵਿੱਖ ਦਾ ਹੀ ਬੋਧ ਨਹੀਂ ਹੈ। ਲਗਨ, ਸ਼ਗਨ, ਮੂਰਤ ਤੇ ਭਵਿੱਖ ਦੱਸਣ ਵਾਲੇ ਤੱਤ ਵਸਤੂ ਦੀ ਪਹਿਚਾਣ ਤੋਂ ਵਾਂਝੇ ਹੁੰਦੇ ਹਨ ਤੇ ਦੱਸੇ ਭਵਿੱਖ ਤੇ ਮੂਰਤ ਨਾਲ ਵਹਿਮ ਵਧੇ ਹਨ। ਸਾਹਾ ਗਣੈ ਨਾ ਕਰੈ ਵਿਚਾਰ, ਸਾਹੇ ਉਪਰ ਏਕੰਕਾਰ, ਗਣ ਗਣ ਜੋਤਕ ਕਾਂਡੀ ਕੀਨੀ, ਪੜ੍ਹੈ ਸੁਣਾਵੈ ਤਤ ਨਾ ਚੀਨੀ। ਰਾਮਕਲੀ ਮਹੱਲਾ ਪਹਿਲਾ ਅੰਗ 904। ਯੂਨਾਨ ਦਾ ਪ੍ਰਸਿੱਧ ਦਾਰਸ਼ਨਿਕ ਸੰਤ ਸੁਕਰਾਤ ਇਲਮ ਨਜੂਮ ਜੋਤਿਸ਼ ਵਿੱਚ ਆਪਣੀ ਜਵਾਨੀ ਵਿੱਚ ਵਿਸ਼ਵਾਸ ਰੱਖਦਾ ਸੀ। ਉਮਰ ਦੇ ਵਧਣ ਨਾਲ ਜੋਤਿਸ਼ ਤੋਂ ਵਿਸ਼ਵਾਸ ਉੱਠ ਗਿਆ। ਇੱਕ ਕਥਾ ਉਹਨਾਂ ਦੇ ਸਬੰਧ ਵਿੱਚ ਪ੍ਰਚਲਿਤ ਹੈ। ਅਮਾਵਸ ਦੀ ਰਾਤ ਗ੍ਰਹਿ ਨਛੱਤਰਾਂ ਦਾ ਅਧਿਐਨ ਕਰ ਰਹੇ ਸਨ। ਜੰਗਲ ਵਿੱਚ ਇੱਕ ਖੇਤ ਅੰਦਰ ਆਪ ਚੱਲ ਕੇ ਖੋਜ ਕਰ ਰਹੇ ਸਨ। ਚਲਦੇ ਚਲਦੇ ਆਪ ਉਸ ਖੇਤ ਦੇ ਬਣੇ ਖੂਹ ਵਿੱਚ ਜਾ ਡਿੱਗੇ। ਖੇਤ ਦੀ ਰਖਵਾਲਣ ਇੱਕ ਬਿਰਧ ਮਾਈ ਨੇ ਰੱਸਾ ਪਾ ਕੇ ਉਹਨਾਂ ਨੂੰ ਖੂਹ ਵਿੱਚੋਂ ਕੱਢਿਆ। ਬਾਹਰ ਨਿਕਲ ਕੇ ਸੁਕਰਾਤ ਨੇ ਜਿੱਥੇ ਧੰਨਵਾਦ ਕੀਤਾ, ਉੱਥੇ ਉਸ ਮਾਤਾ ਨੂੰ ਆਖਿਆ ਕਿ ਮੈਂ ਨਜੂਮੀ ਹਾਂ, ਜੋਤਸ਼ੀ ਹਾਂ, ਭਵਿੱਖ ਦੱਸਣ ਵਾਲਾ ਹਾਂ ਤੇ ਬੜੇ ਬੜੇ ਅਮੀਰ ਵਜ਼ੀਰ ਮੇਰੇ ਕੋਲ ਆਪਣਾ ਭਵਿੱਖ ਜਾਣਨ ਲਈ ਆਉਂਦੇ ਹਨ। ਤੁਸੀਂ ਅੱਜ ਮੇਰੀ ਕੁਟੀਆ ਤੇ ਆਵਣਾ, ਮੈਂ ਤੁਹਾਡਾ ਭਵਿੱਖ ਵੇਖਾਂਗਾ। ਤੁਸੀਂ ਮੇਰੇ ਤੇ ਬਹੁਤ ਉਪਕਾਰ ਕੀਤਾ ਹੈ, ਬਦਲੇ ਵਿੱਚ ਇਹੋ ਸੇਵਾ ਕਰਨ ਦਾ ਅਵਸਰ ਮੈਨੂੰ ਦੇ ਦਿਓ। ਤਾਂ ਉਸ ਬਿਰਧ ਮਾਤਾ ਨੇ ਆਖਿਆ, ਫਕੀਰਾ ਮੇਰਾ ਇੰਤਜ਼ਾਰ ਨਾ ਕਰੀ, ਮੈਂ ਨਹੀਂ ਆਵਾਂਗੀ। ਤੈਨੂੰ ਤਾਂ ਇਤਨਾ ਵੀ ਨਹੀਂ ਪਤਾ ਕਿ ਅੱਜ ਮੈਂ ਖੂਹ ਵਿੱਚ ਗਿਰ ਜਾਣਾ ਹੈ, ਤੂੰ ਮੇਰਾ ਭਵਿੱਖ ਕੀ ਦੱਸੇਗਾ। ਮਾਈ ਦੀ ਇਹ ਗੱਲ ਚੋਟ ਕਰ ਗਈ। ਇਲਮ ਨਜੂਮ ਤੋਂ ਉਸਨੇ ਆਪਣਾ ਸ਼ੌਂਕ ਹਟਾ ਲਿਆ। ਫਿਰ ਸੱਚ ਦੀ ਖੋਜ ਕਰਨ ਲੱਗ ਪਿਆ। ਗੁਰਬਾਣੀ ਦਾ ਫਰਮਾਨ ਹੈ ਕਿ ਜੋ ਕੁਝ ਹੋਇਆ ਹੈ ਇਹ ਹੋਣਾ ਸੀ। ਦਿਨ ਹੋਇਆ ਹੈ, ਹੋਣਾ ਸੀ। ਰਾਤ ਹੋਈ ਹੈ, ਹੋਣੀ ਹੀ ਸੀ। ਜਨਮ ਹੋਇਆ ਹੈ, ਹੋਣਾ ਹੀ ਸੀ। ਮਰਨ ਹੋਇਆ ਹੈ, ਹੋਣਾ ਹੀ ਸੀ। ਸੁੱਖ ਮਿਲਿਆ ਹੈ, ਮਿਲਣਾ ਹੀ ਸੀ। ਦੁੱਖ ਮਿਲਿਆ ਹੈ, ਮਿਲਣਾ ਹੀ ਸੀ। ਨਫਾ ਹੋਇਆ ਹੈ, ਹੋਣਾ ਹੀ ਸੀ। ਨੁਕਸਾਨ ਹੋਇਆ ਹੈ, ਹੋਣਾ ਹੀ ਸੀ। ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ। ਗੌੜੀ ਸੁਖਮਨੀ ਮਹੱਲਾ ਪੰਜਵਾਂ ਅੰਗ 286। ਜੋ ਹੋਇਆ ਹੈ ਉਸ ਨੂੰ ਹੋਣਹਾਰ ਜਾਣ ਤੇ ਇਸ ਨੂੰ ਪ੍ਰਭੂ ਦਾ ਹੁਕਮ ਜਾਣ ਕੇ ਮਿੱਠਾ ਮਨ, ਸ਼ੁਕਰਾਨਾ ਕਰ। ਇਸ ਵਿੱਚ ਪਰਮ ਆਨੰਦ ਹੈ। ਐਸਾ ਕਰਨ ਨਾਲ ਦ੍ਰਿਸ਼ਟੀ ਗਹਿਰੀ ਹੁੰਦੀ ਹੈ ਤੇ ਦੂਰ ਤੱਕ ਝਾਤ ਮਾਰਨ ਦੀ ਸ਼ਕਤੀ ਵੀ ਮਿਲਦੀ ਹੈ। ਜੈਸੇ ਚਿੰਤਕ ਜੀਵਨ ਨੂੰ ਅੱਗੇ ਵੇਖਦਾ ਹੈ ਤਾਂ ਬੁਢੇਪਾ ਤੇ ਮੌਤ ਹੀ ਵਿਖਾਈ ਦਿੰਦੀ ਹੈ। ਸੰਤ ਜਨਾਂ ਤੇ ਮਹਾਨ ਅਧਿਆਤਮਕ ਖੋਜੀਆਂ ਨੇ ਜੀਵਨ ਦੇ ਆਦ ਅੰਤ ਵਿੱਚ ਝਾਤ ਮਾਰੀ ਹੈ। ਜੀਵਨ ਦਾ ਆਦ ਉਹਨਾਂ ਨੂੰ ਪਸ਼ੂ ਬਨਸਪਤੀ ਦਿਖਾਈ ਦਿੱਤਾ ਹੈ।
ਚੱਲਦਾ।